ਇੱਕ ਤਾਂ ਜਿਹੜਾ ਬਲਾਤਕਾਰ ਵਾਲਾ ਉਹ ਕੁੜੀਆਂ ਦਾ ਇੰਨਾ ਉਹਨਾਂ ਕੁੜੀਆਂ ਵਿਚਾਰੀਆਂ ਮੈਨੂੰ ਵੀ ਫੋਨ ਕਰਦੀਆਂ ਬਹੁਤ ਵੀ ਅਸੀਂ ਬਹੁਤ ਔਖੇ ਵੀ ਇਹ ਜੇ ਬਾਈ ਤੂੰ ਬੋਲਿਆ ਸੱਚ ਤਾਂ ਇਹ ਤੇਰੇ ਨੂੰ ਬਹੁਤ ਦਬਾਵਾਂ ਲੱਗਣੀਆਂ ਸਾਡੀਆਂ ਵੀ ਇਹ ਸੱਚ ਤੂੰ ਬੋਲ ਸਕਦਾ ਨਹੀਂ ਬੋਲਿਆ ਕੋਈ ਨਹੀਂ। ਰਣਜੀਤ ਸਿੰਘ ਨੂੰ ਕਿਉਂ ਮਾਰਿਆ? ਉਹਨੂੰ ਇਹ ਹੋ ਗਿਆ ਵੀ ਇਹਦੀ ਭੈਣ ਨਾਲ ਬਲਾਤਕਾਰ ਹੋਇਆ ਤੇ ਉਹ ਆਪਣੇ ਗਾਹਾਂ ਬੋਲਣਗੇ ਤੇ ਰਣਜੀਤ ਸਿੰਘ ਨੂੰ ਕਿਉਂ ਨਾ ਪਹਿਲਾਂ ਉਦੋਂ ਮਾਰ ਦਿੱਤਾ ਜਾਏ। ਡੇਰਾ ਮੁਖੀ ਜਿਹੜਾ ਹੈ ਗੁਰਮੀਤ ਰਾਮ ਰਹੀਮ ਇਹ ਚਾਹੁੰਦਾ ਕਿਉਂ ਸੀ ਕਿ ਬੇਅਦਬੀ ਹੋਵੇ ਜਾਂ ਮੌੜ ਮੰਡੀ ਬਲਾਸਟ ਹੋਵੇ, ਕਿਉਂਕਿ ਦੋਵੇਂ ਮਾਮਲੇ ਉਹਦੇ ਨਾਲ ਜੁੜਦੇ ਨੇ। ਇਹਦਾ ਮਤਲਬ ਇਹ ਸੀ ਇਹਨੂੰ ਵੀ ਹੁਣ ਇੱਧਰ ਤਾਂ ਮੇਰੇ ਨੂੰ ਕਿਸੇ ਨੇ ਉਂਗਲ ਨਹੀਂ ਕੀਤੀ ਹਰਿਆਣੇ 'ਚ ਤੇ ਵੀ ਮਰਡਰ ਵੀ ਕਰਾਤੇ ਬਲਾਤਕਾਰ ਵੀ ਮੈਨੂੰ ਹੋਇਆ ਤੇ ਇੱਧਰ ਹੁਣ ਕਿਉਂ ਨਾ ਵੀ ਇਹ ਕਰਕੇ ਤੇ ਪੰਜਾਬ 'ਚ ਵੀ ਮੈਂ ਹੀਰੋ ਬਣ ਜਾ। ਹੁਣ ਜੇ ਆਪਾਂ ਇਹਦੀ ਆਖੀ ਵੋਟ ਬੈਂਕ ਕੋਈ ਵੋਟ ਬੈਂਕ ਪਹਿਲਾਂ ਵੀ ਨਹੀਂ ਸੀ। ਪਹਿਲਾਂ ਵੀ ਇਹ ਕਹਾਵਤ ਸੀ ਵੀ ਜਿੱਧਰ ਸੱਚੇ ਸੌਦੇ ਵਾਲਿਆਂ ਨੇ ਫੈਸਲਾ ਦੇ ਦਿੱਤਾ ਵੀ ਇੱਧਰ ਤਾਂ ਲੋਕਾਂ 'ਚ ਇਹ ਚਰਚਾ ਹੁੰਦੀ ਸੀ ਉਹ ਪਾਰਟੀ ਹਾਰ ਗਈ। ਦੋਸ਼ ਤੈਅ ਹੋ ਚੁੱਕੇ, ਸਜ਼ਾ ਹੋ ਚੁੱਕੀ ਹੈ, ਉਸ ਤੋਂ ਬਾਅਦ ਵੀ ਹੱਲੇ ਵੀ ਲੋਕਾਂ ਦੇ ਵਿੱਚ ਡਰ ਹੈਗਾ। ਅੰਦਰ ਜੇਲ੍ਹ ਦੇ ਬੈਠੇ ਰਾਮ ਰਹੀਮ ਦਾ ਲੋਕਾਂ ਨੂੰ ਅੱਜ ਵੀ ਡਰ ਹੈਗਾ। ਪੂਰਾ ਡਰ ਹੈ। ਕਈ ਕੁੜੀਆਂ ਹੁਣ ਵੀ ਮੇਰੇ ਸੰਪਰਕ 'ਚ ਹੈ, ਕਈਆਂ ਦੀਆਂ ਗੁਪਤ ਅੰਗ ਕੱਢੇ ਹੋਏ ਹੈ। ਉਹ ਰੋਂਦੀਆਂ ਉਹ ਆਦੀਆਂ ਬਾਈ ਅਸੀਂ ਜਾਈਏ ਤੇ ਜਾਈਏ ਕਿਹੜੇ ਖੂਹ 'ਚ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਬੇਅਦਬੀ ਮਸਲਿਆਂ ਨੂੰ ਲੈ ਕੇ ਗਰਮਾਉਣੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਜਿੱਥੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਜੋ ਹਾਈ ਕੋਰਟ ਦੇ ਵਿੱਚੋਂ ਆਦੇਸ਼ ਆਏ ਨੇ ਉਹਨਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ, ਤੇ ਦੂਜੇ ਪਾਸੇ ਡੇਰਾ ਸਿਰਸਾ ਦੇ ਕੁਝ ਆਗੂ ਕੁਝ ਨੁਮਾਇੰਦੇ ਜਿਹੜੇ ਨੇ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਵਾਰਤਾ ਕਰਕੇ ਗਏ, ਜਿਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਸਵਾਲ ਪੈਦਾ ਹੋ ਗਏ ਨੇ। ਸਾਡੇ ਨਾਲ ਅੱਜ ਉਸ ਪੂਰੀ ਕਹਾਣੀ ਜਿਹੜੀ ਹੈਗੀ ਉਸ ਦੇ ਇੱਕ ਅਹਿਮ ਕਿਰਦਾਰ ਜਿਹੜੇ ਨੇ ਖੱਟਾ ਸਿੰਘ ਮੌਜੂਦ ਨੇ। ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਹੁਣੇ ਪੋਲਿਟਿਕਸ ਹੋ ਰਹੀ ਹੈ, ਜਿਹੜੀ ਸਿਆਸਤ ਹੋ ਰਹੀ ਹੈ, ਜਾਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਡੇਰਾ ਮੁਖੀ ਜਿਹੜਾ ਹੈਗਾ ਉਹ ਦੋਸ਼ੀ ਨਹੀਂ ਬਲਕਿ ਮੈਨੇਜਮੈਂਟ ਦੁਖੀ ਹੈ, ਜਿਹੜੀ ਦੋਸ਼ੀ ਹੈ, ਤੇ ਉਹਦੇ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਹੋਇਆ ਵਾਪਰਿਆ। ਕਿ ਇਹ ਕਿਹੜੀ ਸਿਆਸਤ ਹੋ ਰਹੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਖੱਟਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਹਾਲਾਤ ਬਣੇ ਹੋਏ ਨੇ, ਲੱਗਦਾ ਇੱਕ ਵਾਰ ਫਿਰ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਨੂੰ ਦੁਬਾਰਾ ਉਹੀ ਆਧਾਰ ਉਹਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਧਾਰਮਿਕ ਮਸਲੇ ਤੇ ਹੀ ਸਿਆਸਤ ਪੰਜਾਬ ਦੀ ਖੇਡੀ ਜਾਵੇ 2022 ਦੀ ਜਿਹੜੀ ਚੋਣ ਹੈ। ਬਿਲਕੁਲ ਉਹੀ ਉਸੇ ਹਿਸਾਬ ਨਾਲ ਚੱਲ ਰਹੇ ਆ ਵੀ ਕਿਵੇਂ ਨਾ ਕਿਵੇਂ ਹੁਣੇ ਇਹਨਾਂ ਚੀਜ਼ਾਂ ਨੂੰ ਕਿ ਕੋਈ ਨਾ ਕਿਸੇ ਦਾ ਲੈ ਕੇ ਕੋਈ ਕਿਵੇਂ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਤੇ 22 ਤੱਕ ਇਹਨੂੰ ਗਾਹਾਂ ਤੋਰਿਆ ਜਾਵੇ। ਇਹੀ ਕੋਸ਼ਿਸ਼ ਚੱਲ ਰਹੀ ਹੈ। ਇਹ ਜਿਹੜੀ ਡੇਰੇ ਦੇ ਕੁਝ ਆਗੂ ਆਏ ਸੀਗੇ, ਕੁਝ ਨੁਮਾਇੰਦੇ ਆਏ ਸੀਗੇ, ਆਪਣੇ ਆਪ ਨੂੰ ਉਹਨਾਂ ਨੇ ਸਾਫ਼ ਤੌਰ ਤੇ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਕਿਹਾ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਅਸੀਂ ਆਪਣੇ ਤੌਰ ਤੇ ਆ ਰਹੇ ਹਾਂ, ਤੇ ਸਾਫ਼ ਤੌਰ ਤੇ ਕਹਿ ਰਹੇ ਕਿ ਡੇਰਾ ਮੁਖੀ ਦੋਸ਼ੀ ਨਹੀਂ ਹੈਗਾ, ਉਹਨੂੰ ਫਸਾਇਆ ਗਿਆ, ਜਿਹੜੀ ਮੈਨੇਜਮੈਂਟ ਆ ਉਹ ਅਸਲ ਦੋਸ਼ੀ ਹੈਗੀ ਆ, ਤੇ ਹਾਈ ਕੋਰਟ ਦੇ ਹੁਕਮ ਵੀ ਉਸੇ ਤਹਿਤ ਆ ਗਏ। ਜਾਣੀ ਕਿ ਸਿੱਧੇ ਤੌਰ ਤੇ ਕਹਿ ਰਹੇ ਕਿ ਸਾਡਾ ਜਿਹੜਾ ਡੇਰਾ ਮੁਖੀ ਆ ਉਹ ਦੋਸ਼ੀ ਨਹੀਂ ਹੈਗਾ। ਤੁਸੀਂ ਤਾਂ ਬਹੁਤ ਨੇੜਿਓਂ ਵਿਚਰੇ ਹੋ, ਕੀ ਸੱਚਾਈ ਕੀ ਹੈਗੀ? ਸੱਚਾਈ ਮੈਂ ਤੁਹਾਨੂੰ ਦੱਸਾਂ ਵੀ ਜੇ ਮੈਨੇਜਮੈਂਟ ਕਮੇਟੀ ਦਾ ਚਾਹੇ ਕੋਈ ਆਪਸਰੀ ਮੈਂ ਗਰੁੱਪ ਬਣਾ ਕੇ ਉਹਦੇ ਲਾਈ ਜਾਵੇ ਉਹਦੇ ਲਾਈ ਜਾਵੇ, ਪਰ ਮੈਨੇਜਮੈਂਟ ਕਮੇਟੀ ਉਸ ਹੱਥ ਬੰਨੇ ਹੈ। ਜੋ ਗੁਰਮੀਤ ਸਿੰਘ ਕਹਿੰਦਾ ਉਹ ਅੱਗੇ ਮੈਨੇਜਮੈਂਟ ਕਮੇਟੀ ਕਰਦੀ ਹੈ। ਇਹ ਨਹੀਂ ਹੈ ਵੀ ਆਪਾਂ ਕਹਿ ਦਈਏ ਮੈਨੇਜਮੈਂਟ ਕਮੇਟੀ ਨੇ ਉਹ ਕਰਤਾ ਜੀ ਉਹਨੂੰ ਫਸਾਤਾ ਉੱਥੇ ਦੰਗੇ ਕਰਾਤੇ, ਬਿਲਕੁਲ ਨਹੀਂ। ਮੈਨੇਜਮੈਂਟ ਕਮੇਟੀ ਨੂੰ ਪਹਿਲਾਂ ਗੁਰਮੀਤ ਸਿੰਘ ਆਦੇਸ਼ ਦਿੰਦਾ, ਫਿਰ ਮੈਨੇਜਮੈਂਟ ਕਮੇਟੀ ਅੱਗੇ ਚੱਲਦੀ ਹੈ। ਉਹ ਗੁਰਮੀਤ ਸਿੰਘ ਜਿਹੜਾ ਕਹਿੰਦੇ ਆ ਵੀ ਆਪਣੇ ਗੁਰਮੀਤ ਸਿੰਘ ਦੋਸ਼ੀ ਸਾਰਾ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਆਪਣੇ ਬਲਾਤਕਾਰ ਵਾਲੇ ਕੁੜੀਆਂ ਉਹ ਵੀ ਇਹ ਸਾਰਾ ਝੂਠ ਹੈ। ਉਹ ਕੋਰਟ ਨੇ ਸਾਬਤ ਕੀਤਾ, ਸਾਰਾ ਸਾਹਮਣੇ ਆਇਆ ਵੀ ਉਹ ਦੋਸ਼ੀ ਹੋਇਆ। ਫਿਰ ਰਾਮਚੰਦਰ ਛਤਰਪਤੀ ਵਾਲਾ ਮਰਡਰ ਹੋਇਆ, ਉਹਦੇ ਸਾਹਮਣੇ ਸ਼ੀਸ਼ੇ ਮੂੰਹ ਆ ਗਿਆ। ਉਦੋਂ ਇਹਨਾਂ ਦਾ ਮਕਸਦ ਜੇ ਬੰਦਾ ਸੱਚਾ ਹੁੰਦਾ ਨਾ ਉਹਨੂੰ ਕੋਈ ਡਰ ਨਹੀਂ ਹੁੰਦਾ, ਉਹ ਅਗਲਾ ਇਕੱਲਾ ਜਾ ਕੇ ਕੋਰਟ 'ਚ ਪੇਸ਼ ਹੋ ਜਾਂਦਾ ਵੀ ਮੈਂ ਆ ਗਿਆ ਜੀ, ਦੱਸੋ ਕਿ ਜੋ ਮੇਰੇ ਖਿਲਾਫ ਹੈ ਜਾਂ ਸੱਚਾਈ ਹੈ ਸਾਹਮਣੇ ਲਿਆਓ। ਉਹਨੂੰ ਪਹਿਲਾਂ ਤਾਂ ਪੰਚਕੂਲਾ ਇੰਨਾ ਇਕੱਠਾ ਕਿਉਂ ਕੀਤਾ? ਕਿਉਂ? ਬੰਦੇ ਦੇ ਅੰਦਰ ਡਰ ਸੀ ਵੀ ਮੈਂ ਅੰਦਰੋਂ ਕਾਲਾ ਹੈ, ਮੈਂ ਜੋ ਕੀਤੀਆਂ ਕਰਤੂਤਾਂ ਕੀਤੀਆਂ ਉਹ ਮੈਨੂੰ ਅੱਜ ਭੁਗਤਣੀਆਂ ਪੈਣਗੀਆਂ। ਉਦੋਂ ਬਾਅਦ ਫਿਰ ਦੰਗੇ ਕਰਾਏ, ਫਿਰ 500 ਕਿ 600 ਗੱਡੀ ਲੈ ਕੇ ਆਇਆ। ਉਹ ਸਾਰਾ ਉਹਦੇ ਅੰਦਰ ਡਰ ਸੀ। ਪਾਪੀ ਨੂੰ ਬੰਦੇ ਨੂੰ ਡਰ ਹੁੰਦਾ ਵੀ ਮੈਂ ਅੱਜ ਮੇਰਾ ਜਿਹੜਾ ਅੰਦਰ ਹੈ ਉਹ ਅੱਜ ਫੜਿਆ ਜਾਣਾ, ਚੋਰ ਹੁੰਦਾ ਜਿਹੜਾ ਉਹਨੂੰ ਇਹ ਡਰ ਹੀ ਹੁੰਦਾ। ਇਸ ਕਰਕੇ ਸਾਰਾ ਜੇ ਆਪਾਂ ਕਹੀਏ ਸਾਰਾ ਜੇ ਅੱਗੇ ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੈ ਜਾਂ ਹੋਰ ਇਹ ਸਾਰੀਆਂ ਕਢਾਈ ਨਾਲ ਹੋਵੇ ਤਾਂ ਉਹ 'ਚ ਦੋਸ਼ੀ ਗੁਰਮੀਤ ਸਿੰਘ ਹੀ ਆਊਗਾ, ਕਿਉਂਕਿ ਉਹਦੇ ਬੰਦਿਆਂ ਦਾ ਜਦੋਂ ਨਾਂ ਆ ਰਿਹਾ
ਤੇ ਬੰਦਿਆਂ ਦੀ ਮੈਂ ਨਹੀਂ ਸਮਝਦਾ। ਮੈਂ ਉੱਥੇ ਇੰਨਾ ਚ ਰਿਹਾ ਵੀ ਕਿਸੇ ਦੀ ਤਾਕਤ ਹੈ ਵੀ ਉਰਲੇ ਡੇਰੇ ਤੋਂ ਦੂਜਾ ਡੇਰਾ 2-3 ਕਿਲੋਮੀਟਰ ਤੇ ਉੱਥੇ ਜਾਣਾ ਤਾਂ ਵੀ ਗੁਰਮੀਤ ਸਿੰਘ ਨੂੰ ਪੁੱਛ ਕੇ ਜਾਂਦੇ ਸੀ ਵੀ ਅਸੀਂ ਉੱਥੇ ਜਾਂਦੇ ਆ। ਤੇ ਜੇ ਟਾਈਮ ਵੀ ਦਿੰਦੇ ਸੀ ਵੀ ਇੰਨੇ ਟਾਈਮ 'ਚ ਇੰਨੇ 'ਚ ਆ ਜੀ, ਤੇ ਐਡੇ ਵੱਡੇ ਕਾਂਡ ਕਰਕੇ ਤਾਂ ਉਹ ਆਪਦੀ ਮਰਜ਼ੀ ਨਾਲ ਨਹੀਂ ਉਹ ਕਰ ਸਕਦੇ। ਤਾਂ ਲੱਗਦਾ ਕਿ ਹੁਣ ਇਹ ਜਿਹੜਾ ਦੁਬਾਰਾ ਇਹ ਮਾਹੌਲ ਗਰਮਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਦੁਬਾਰਾ ਇਦਾਂ ਦੀਆਂ ਪ੍ਰੈਸ ਵਾਰਤਾਵਾਂ ਕੀਤੀਆਂ ਜਾ ਰਹੀਆਂ, ਤਾਂ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਵੋਟਾਂ ਦੀ ਪੋਲਿਟਿਕਸ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਉਦੋਂ ਸਟੇਟਮੈਂਟਾਂ ਦਿੱਤੀਆਂ ਗਈਆਂ ਵੀ ਸਾਡੇ ਨਾਲ 6 ਕਰੋੜ ਅਨੁਆਈ ਜੁੜੇ ਹੋਏ ਨੇ, ਸਾਡੇ ਇੰਨੇ ਪੈਰੋਕਾਰ ਹੈਗੇ ਨੇ, ਤਾਂ ਲੱਗਦਾ ਇੱਕ ਵਾਰ ਦੁਬਾਰਾ ਫਿਰ ਉਹੀ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਕਿ ਵੋਟਾਂ ਸਾਡੇ ਕੋਲ ਬਹੁਤ ਨੇ, ਸਿਆਸਤਦਾਨ ਸਾਨੂੰ ਆਣ ਕੇ ਪੁੱਛਣ। ਬਿਲਕੁਲ ਇਹੀ ਹੈ, ਕੋਸ਼ਿਸ਼ ਇਹੀ ਹੈ ਵੀ 2022 ਤੋਂ ਪਹਿਲਾਂ ਵੀ ਰਾਜਨੀਤੀ ਬੰਦੇ ਵੀ ਸਾਡੇ ਆ ਕੇ ਗੋਡੀ ਬੈਠਣ ਤੇ ਅਸੀਂ ਉਹਨਾਂ ਨੂੰ ਜਿਵੇਂ ਮਰਜ਼ੀ ਚਲਾਈਏ। ਤੇ ਰਾਜਨੀਤੀ ਬੰਦੇ ਨੂੰ ਇਹ ਡਰ ਹੁੰਦਾ ਵੀ ਚਾਹੇ 10 ਵੋਟਾਂ, ਉਹਨਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ 1000 ਵੋਟ ਹੀ ਹੈ। ਪਰ ਜੇ ਇਹ 6 ਕਰੋੜ ਤੇ 7 ਇੱਕ ਉਸੇ ਜੀ ਮੈਂ ਸੁਣਿਆ ਵੀ ਇੱਕ ਤਾਂ 6 ਕਰੋੜ ਕਹਿ ਰਿਹਾ, ਦੂਜਾ 7 ਕਰੋੜ ਕਹਿ ਰਿਹਾ। 5 ਮਿੰਟਾਂ ਦੇ ਵਿੱਚ 1 ਕਰੋੜ ਸਿੱਧਾ ਹੀ ਅਨੁਆਈ ਵੱਧ ਜਾਂਦੇ ਆ। ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਜੇ ਵੱਧ ਤੋਂ ਵੱਧ 20-25 ਲੱਖ ਤੋਂ ਵੱਧ ਇਹਨਾਂ ਦੇ ਅਨੁਆਈ ਹੈ ਨਹੀਂ ਸਾਰੇ ਹਿੰਦੁਸਤਾਨ 'ਚ, ਚਾਹੇ ਝੂਠ ਮਾਰ ਕੇ ਪਲੰਦਿਆਂ ਦਾ ਬਣ ਕੇ ਇੱਥੋਂ ਹੀ ਆ ਨਾ ਵੀ ਸੱਚਾ ਸੌਦਾ। ਇੱਕ ਪਾਸੇ ਸੱਚਾ ਸੌਦਾ ਕਹਿੰਦੇ ਆ, ਇੱਕ ਪਾਸੇ ਫਿਰ ਐਡੇ ਝੂਠ ਕਿਉਂ ਮਾਰਦੇ? ਜੋ ਅਸਲੀਅਤ ਆ ਉਹ ਦੱਸਣ। ਇਹ ਜਿਹੜੀ ਵੀਰਪਾਲ ਕੌਰ ਦੀ ਭੂਮਿਕਾ ਹੈਗੀ ਹੈ, ਇਹਨੂੰ ਲੈ ਕੇ ਵੀ ਹਮੇਸ਼ਾ ਸਵਾਲ ਖੜੇ ਹੁੰਦੇ ਰਹੇ। ਇਹ ਹੈ ਕੀ ਸੀ ਅਸਲ ਦੇ ਵਿੱਚ, ਹੈ ਕੀ ਸੀ ਡੇਰੇ ਦੇ ਵਿੱਚ, ਕਿਸ ਤਰੀਕੇ ਨਾਲ ਵਿਚਰਦੀ ਸੀ ਜਾਂ ਇਹਦੀ ਭੂਮਿਕਾ ਕੀ ਸੀਗੀ ਡੇਰੇ ਦੇ ਵਿੱਚ? ਦੇਖੋ ਜੀ, ਮੈਂ ਜਦੋਂ ਸੀਗਾ ਉਦੋਂ ਮੈਂ ਨਹੀਂ ਇਹਨੂੰ ਜਾਣਦਾ ਸੀ। ਹੋ ਸਕਦਾ ਇਹ ਉੱਥੇ ਆਉਂਦੀ ਸੀ ਪਰ ਮੈਂ ਇਹਦੇ ਨਾ ਮੈਂ ਇਹਨੂੰ ਜਾਣਦਾ ਸੀ। ਇਹ ਹੋ ਸਕਦਾ ਕਿਉਂਕਿ ਮੈਂ ਉੱਥੇ ਜ਼ਿਆਦਾ ਪ੍ਰਬੰਧਕਾਂ ਸੀ, ਉਹ ਇਹ ਤਾਂ ਸਾਰੇ ਜਾਣਦੇ ਹੋਣਗੇ ਪਰ ਮੈਂ ਨਹੀਂ ਜਾਣਦਾ ਸੀ। ਪਰ ਉੱਥੇ ਮੈਨੂੰ ਇਹਦੀ ਭੂਮਿਕਾ ਦਾ ਨਹੀਂ ਪਤਾ ਵੀ ਕੀ ਸੀ ਕੀ ਨਹੀਂ। ਉਦੋਂ ਕੋਈ ਇਹਦੀ ਮੈਨੂੰ ਨਹੀਂ ਜਾਣਕਾਰੀ ਭੂਮਿਕਾ ਕੀ ਉੱਥੇ ਸੀ ਕੀ ਨਹੀਂ ਸੀ। ਤੇ ਹੁਣ ਫਿਰ ਮੌਜੂਦਾ ਹਾਲਾਤਾਂ ਦੇ ਵਿੱਚ ਕਿਉਂ ਇਹ ਸਾਹਮਣੇ ਆਣ ਕੇ ਇਦਾਂ ਦੀਆਂ ਟਿੱਪਣੀਆਂ, ਜਾਂ ਕਿਉਂਕਿ ਪਿਛਲੇ ਦਿਨ ਜਿਹੜੀ ਪ੍ਰੈਸ ਵਾਰਤਾ ਕੀਤੀ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਲਨਾ ਕਰ ਦਿੱਤੀ ਰਾਮ ਰਹੀਮ ਦੀ, ਤੁਹਾਨੂੰ ਲੱਗਦਾ ਇਹ ਤੁਲਨਾ ਸਹੀ ਸੀ ਉਸ ਵਕਤ? ਮੈਂ ਆਦਾ ਵੀ ਇਹ ਜਿਹੜੀ ਤੁਲਨਾ ਨਾ ਗੁਰਮੀਤ ਸਿੰਘ ਦੇ ਨਾਲ ਦੇ ਨਾਂ ਨਾਲ ਜੇ ਕਿਸੇ ਪਾਤਸ਼ਾਹੀ ਦੀ ਜਾਂ ਗੁਰੂ ਗ੍ਰੰਥ ਮਹਾਰਾਜ ਜੀ ਦੀ ਕਿਸੇ ਨਾਂ ਵੀ ਲੈਣਾ ਉਹ ਵੀ ਪਾਪ ਹੈ। ਜਿੱਥੇ ਗੁਰਮੀਤ ਸਿੰਘ ਦਾ ਨਾਂ ਲੈਂਦੇ ਉਹਦੇ ਨਾਲ ਕਿਸੇ ਪਾਤਸ਼ਾਹੀ ਦਾ ਨਾਂ ਲੈਣਾ ਉਹ ਵੀ ਸਾਡੇ ਵਾਸਤੇ ਬਹੁਤ ਪਾਪ ਹੈ। ਕਿਉਂਕਿ ਉਹਨਾਂ ਦੀ ਅਸੀਂ ਸਾਰੀ ਆਪਦੀ ਜ਼ਿੰਦਗੀ ਵੀ ਲਾ ਦਈਏ ਉਹਨਾਂ ਦੇ ਲੇਖੇ ਤਾਂ ਵੀ ਅਸੀਂ ਪੂਰਾ ਨਹੀਂ ਕਰ ਸਕਦੇ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਔਰ ਕਰ ਰਹੇ ਹੈ। ਇਹ ਬਹੁਤ ਨਿੰਦਣੀ ਹੈ। ਮੈਂ ਕਹਿ ਸਕਦਾ ਵੀ ਇਹ ਚੀਜ਼ ਹੈ, ਇੱਕ ਬਲਾਤਕਾਰੀ ਔਰ ਕਾਤਲੀ ਨੂੰ ਕਿਸੇ ਪਾਤਸ਼ਾਹੀਆਂ ਦੇ ਨਾਲ ਨਾ ਜੋੜ ਕੇ ਲੈਣਾ ਇਹ ਬਹੁਤ ਘਟੀਆ, ਬਹੁਤ ਸੋਚ ਖੱਟਰ ਜੀ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਪੂਰੇ ਮਾਹੌਲ ਦੇ ਸਮੇਂ ਦੇ ਦੌਰਾਨ ਇੱਕ ਵੱਡੀ ਚੀਜ਼ ਇਹ ਉੱਭਰ ਕੇ ਆ ਰਹੀ ਹੈ ਕਿ ਡੇਰਾ ਮੁਖੀ ਜਿਹੜਾ ਹੈ ਗੁਰਮੀਤ ਰਾਮ ਰਹੀਮ, ਇਹ ਚਾਹੁੰਦਾ ਕਿਉਂ ਸੀ ਕਿ ਬੇਅਦਬੀ ਹੋਵੇ ਜਾਂ ਮੌੜ ਮੰਡੀ ਬਲਾਸਟ ਹੋਵੇ, ਕਿਉਂਕਿ ਦੋਵੇਂ ਮਾਮਲੇ ਉਹਦੇ ਨਾਲ ਜੁੜਦੇ ਨੇ, ਜਾਂ ਇਹ ਜਿਹੜੇ ਕਤਲ ਹੁੰਦੇ ਨੇ ਇਹ ਹੋਣ। ਇਹਨਾਂ ਦੇ ਪਿੱਛੇ ਤੁਹਾਨੂੰ ਕਾਰਨ ਕੀ ਲੱਗਦਾ ਮੁੱਖ ਤੌਰ ਤੇ? ਕਿਉਂਕਿ ਦੇਖੋ ਅਦਾਲਤ ਨੇ ਤਾਂ ਸਜ਼ਾ ਸੁਣਾ ਦਿੱਤੀ, ਚਾਹੇ ਉਹ ਛਤਰਪਤੀ ਵਾਲਾ ਕੇਸ ਹੋਵੇ ਚਾਹੇ ਬਲਾਤਕਾਰ ਵਾਲਾ ਕੇਸ ਹੋਵੇ, ਦੋਹਾਂ ਦੇ ਵਿੱਚ ਉਹ ਦੋਸ਼ੀ ਇਸ ਵੇਲੇ ਸਜ਼ਾ ਭੁਗਤ ਰਿਹਾ ਹਰਿਆਣਾ ਦੇ ਵਿੱਚ ਸਲਾਰੀਆ ਜੇਲ੍ਹ ਦੇ ਵਿੱਚ। ਪਰ ਤੁਹਾਨੂੰ ਕਾਰਨ ਕੀ ਲੱਗੇ ਨੇ, ਕੀ ਚਾਹੁੰਦਾ ਕੀ ਸੀ ਅਸਲ ਮਾਇਨੇ ਦੇ ਵਿੱਚ? ਜਿਹੜੇ ਕਤਲ ਤੇ ਇੱਕ ਤਾਂ ਜਿਹੜਾ ਬਲਾਤਕਾਰ ਵਾਲਾ, ਉਹ ਕੁੜੀਆਂ ਦਾ ਇੰਨਾ ਉਹਨਾਂ ਕੁੜੀਆਂ ਵਿਚਾਰੀਆਂ ਮੈਨੂੰ ਵੀ ਫੋਨ ਕਰਦੀਆਂ ਬਹੁਤ ਵੀ ਅਸੀਂ ਬਹੁਤ ਔਖੀਆਂ ਵੀ ਇਹ ਜੇ ਬਾਈ ਤੂੰ ਬੋਲਿਆ ਸੱਚ ਤਾਂ ਇਹ ਤੇਰੇ ਨੂੰ ਬਹੁਤ ਦਬਾਵਾਂ ਲੱਗਣੀਆਂ ਸਾਡੀਆਂ ਵੀ ਇਹ ਸੱਚ ਤੂੰ ਬੋਲ ਸਕਦਾ, ਨਹੀਂ ਬੋਲਿਆ ਕੋਈ ਨਹੀਂ ਹੈ। ਦੂਜੇ ਨੰਬਰ ਤੇ ਜਿਹੜਾ ਇੱਕ ਮਰਡਰ ਹੋਏ ਆ ਛਤਰਪਤੀ ਆ, ਉਹ ਜਿਹੜਾ ਕੁੜੀਆਂ ਵਾਲਾ ਜਦੋਂ ਹੋ ਗਿਆ ਅਖਬਾਰਾਂ 'ਚ ਆ ਗਿਆ ਤੇ ਬਾਹਰ ਉਹਨਾਂ ਨੂੰ ਦਬਾਉਣ ਦੀ ਖਾਤਰ ਛਤਰਪਤੀ ਨੇ ਇਹਦੇ ਸਾਰੇ ਕੱਚੇ ਚਿੱਠੇ ਖੋਲ੍ਹਤੇ। ਰਣਜੀਤ ਸਿੰਘ ਨੂੰ ਕਿਉਂ ਮਾਰਿਆ? ਉਹਨੂੰ ਇਹ ਹੋ ਗਿਆ ਵੀ ਇਹਦੀ ਭੈਣ ਨਾਲ ਬਲਾਤਕਾਰ ਹੋਇਆ ਤੇ ਉਹ ਆਪਣੇ ਗਾਹਾਂ ਬੋਲਣਗੇ ਤੇ ਰਣਜੀਤ ਸਿੰਘ ਨੂੰ ਕਿਉਂ ਨਾ ਪਹਿਲਾਂ ਉਦੋਂ ਮਾਰ ਦਿੱਤਾ ਜਾਏ। ਰਣਜੀਤ ਸਿੰਘ ਨੂੰ ਮਰਵਾਇਆ। ਜਿਹੜਾ ਆਪਾਂ ਬੇਅਦਬੀ ਵਾਲਾ ਜਾਂ ਹੋਰ ਇੱਥੇ ਪੰਜਾਬ 'ਚ ਕਰਦੇ ਆ, ਇਹਦਾ ਮਤਲਬ ਇਹ ਸੀ ਇਹਨੂੰ ਵੀ ਹੁਣ ਇੱਧਰ ਤਾਂ ਮੇਰੇ ਨੂੰ ਕਿਸੇ ਨੇ ਉਂਗਲ ਨਹੀਂ ਕੀਤੀ ਹਰਿਆਣੇ 'ਚ, ਤੇ ਵੀ ਮਰਡਰ ਵੀ ਕਰਾਤੇ, ਬਲਾਤਕਾਰ ਵੀ ਮੈਨੂੰ ਹੋਇਆ, ਤੇ ਇੱਧਰ ਹੁਣ ਕਿਉਂ ਨਾ ਵੀ ਇਹ ਕਰਕੇ ਤੇ ਪੰਜਾਬ 'ਚ ਵੀ ਮੈਂ ਹੀਰੋ ਬਣ ਜਾ ਕਿ ਜਿਹੜੇ ਲੋਕ ਆ ਮੇਰੇ ਪੂਜਣ। ਜਾਣੀ ਕਿ ਮੇਰੇ ਇਸ਼ਾਰਿਆਂ ਤੇ ਸਾਰੀ ਪੰਜਾਬ ਦੀ ਸਿਆਸਤ ਵੀ ਚੱਲੇ, ਹਰਿਆਣਾ ਦੀ ਸਿਆਸਤ ਵੀ ਚੱਲੇ, ਦੇਸ਼ ਵਾਲੇ ਜਿਹੜੇ ਪੋਲੀਟੀਸ਼ੀਅਨ ਵੱਡੇ ਉਹ ਵੀ ਮੇਰੇ ਇਸ਼ਾਰਿਆਂ ਤੇ ਹੀ ਕੰਮ ਕਰਨ, ਉਹ ਵੀ ਸਾਰੇ। ਪਰ ਮੈਂ ਇਹ ਅੱਜ ਦੀ ਘੜੀ 'ਚ ਇਹ ਕਹਿ ਸਕਦਾ ਵੀ ਅੱਜ ਤੋਂ 4 ਸਾਲ 'ਚ ਬਹੁਤ ਬਦਲ ਚੁੱਕਿਆ। ਹੁਣ ਜੇ ਆਪਾਂ ਇਹਦੀ ਆਖੀਏ ਵੋਟ ਬੈਂਕ ਆ, ਵੋਟ ਬੈਂਕ ਕੋਈ ਵੋਟ ਬੈਂਕ ਪਹਿਲਾਂ ਵੀ ਨਹੀਂ ਸੀ। ਪਹਿਲਾਂ ਵੀ ਇਹ ਕਹਾਵਤ ਸੀ ਵੀ ਜਿੱਧਰ ਸੱਚੇ ਸੌਦੇ ਵਾਲਿਆਂ ਨੇ ਫੈਸਲਾ ਦੇਤਾ ਵੀ ਇੱਧਰ, ਤਾਂ ਲੋਕਾਂ 'ਚ ਇਹ ਚਰਚਾ ਹੁੰਦੀ ਸੀ ਉਹ ਪਾਰਟੀ ਹਾਰ ਗਈ।
ਉਹ ਹੁਣ 2017 ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਮਰਥਨ ਕਰ ਦਿੱਤਾ ਸੀ ਤਾਂ ਉਹਨਾਂ ਦੀ ਪਾਰਟੀ ਹਾਰੀ ਹੈ। ਨਾਲੇ ਉਹ ਇਹ ਵੀ ਕਲੀਅਰ ਹੋ ਗਿਆ ਸੀ ਕਿਉਂਕਿ ਬੇਅਦਬੀ ਦਾ ਕਾਂਡ ਬਹੁਤ ਲੋਕਾਂ ਦੇ ਹਿਰਦੇ ਵਿਲੁੰਦਰਨ ਵਾਲਾ ਸੀ, ਉਹ ਤਾਂ ਸਾਫ਼ ਤੌਰ ਤੇ ਉਦੋਂ ਨਜ਼ਰ ਹੀ ਆ ਗਿਆ। ਇਹ ਪੰਜਾਬ 'ਚ ਵੀ ਹਰਿਆਣੇ 'ਚ ਵੀ ਅਸੀਂ ਦੇਖਿਆ, ਜਿੱਥੇ ਇਹ ਕਹਿ ਦਿੰਦਾ ਸੀ ਇਸ ਪਾਰਟੀ ਨੂੰ ਸਮਰਥਨ ਦਿੱਤਾ, ਉਹ ਪਾਰਟੀ ਹਰਦੀ ਹੋਈ ਸੀ। ਪਰ ਉਹ ਕਿਉਂਕਿ ਹਰਦੀ ਇੱਕ ਤਾਂ ਲੋਕਾਂ ਨੂੰ ਇਹ ਹੁੰਦੇ ਸੀ, ਉਹ ਰਾਜਨੀਤੀ ਬੰਦੇ ਬੇਫਿਕਰ ਹੋ ਜਾਂਦੇ ਵੀ ਡੇਰੇ ਦੀ ਵੋਟ ਸਾਨੂੰ ਪਊ, ਉਹ ਮਿਹਨਤ ਘਟ ਜਾਂਦੀ ਤੇ ਪਰ ਵੋਟ ਇਹਨਾਂ ਦੀ ਹੁੰਦੀ ਨਹੀਂ ਸੀ। ਹੁਣ ਇਹ ਕਹਾਵਤ ਮੈਂ ਵੀ ਸਰਸਾ ਡੇਰਾ ਦੇ ਬੇਗੂ ਪਿੰਡ ਹੈ, ਬੇਗੂ ਪਿੰਡ ਦੀ ਵੋਟ ਤੇ ਇਹਨੇ ਜ਼ੋਰ ਲਾ ਲਿਆ ਸਾਰੀ ਆਪਦੀ ਡੇਰੇ ਦੀ ਪਵਾ ਕੇ, ਤੇ ਬੇਗੂ ਪਿੰਡ ਦੀ ਵੋਟ 'ਚ ਵੀ ਇਹ ਜਿਹੜੀ ਪਾਰਟੀ ਨੂੰ ਇਹਨੇ ਸਮਰਥਨ ਬੀਜੇਪੀ ਨੂੰ ਦਿੱਤਾ ਸੀ ਉਦੋਂ, ਤੇ ਬੀਜੇਪੀ ਉੱਥੋਂ ਪਿੰਡ 'ਚੋਂ ਹਾਰ ਕੇ ਦੂਜੀ ਪਾਰਟੀ ਉੱਤੇ ਜਿੱਤ ਕੇ ਗਈ ਹੈ। ਇਸ ਕਰਕੇ ਪਤਾ ਨਹੀਂ ਰਾਜਨੀਤੀ ਬੰਦਿਆਂ ਨੂੰ ਕਿਉਂ ਇੰਨਾ ਡਰ ਹੈ ਵੀ ਅੱਜ ਦੀ ਘੜੀ ਮੈਂ ਨਹੀਂ ਮੰਨਦਾ ਵੀ ਡੇਰੇ ਦੀ ਵੋਟ ਹੈ। ਜੋ ਪਾਰਟੀਆਂ ਨਾਲ ਬੰਦੇ ਚਾਹੇ ਉਹ ਡੇਰੇ ਜਾਂਦੇ ਆ ਚਾਹੇ ਨਹੀਂ ਜਾਂਦੇ, ਜਿਹੜੇ ਜਾਂਦੇ ਆ ਉਹ ਜਿਹੜੇ ਪਾਰਟੀ ਨਾਲ ਜੁੜੇ ਆ ਉਸੇ ਨਾਲ ਹੀ ਜੁੜੇ ਆ, ਉਹ ਕਦੇ ਕਿਸੇ ਦੇ ਕਹਿਣ 'ਤੇ ਵੋਟ ਨਹੀਂ ਪਾਉਂਦੇ। ਕੱਟਾ ਜੀ, ਰਣਜੀਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ, ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ, ਉਸ ਕੇਸ ਦੇ ਵਿੱਚ ਹੁਣ ਕੀ ਅਪਡੇਟ ਹੈਗੀ ਹੈ? ਉਹਦੀ ਹੁਣ ਰੋਜ਼ਾਨਾ ਉਹ ਦੂਜੇ ਤੀਜੇ ਦਿਨ ਡੇਟ ਹੋ ਰਹੀ ਹੈ। ਪਹਿਲਾਂ ਜੱਜ ਸਾਹਿਬ ਬਦਲ ਗਏ, ਨਵੇਂ ਜੱਜ ਸਾਹਿਬ ਆ ਗਏ। ਹੁਣ ਜਿਵੇਂ ਪਹਿਲਾਂ 16 ਸੀ, 16 ਤੋਂ ਬਾਅਦ 23 ਪੈ ਗਈ, 23 ਤੋਂ ਬਾਅਦ ਅੱਜ ਸੀ। ਇਹ ਮੈਨੂੰ ਲੱਗਦਾ ਮਈ ਦੇ ਵਿੱਚ ਉਮੀਦ ਆ ਵੀ ਜਿਵੇਂ ਹੁਣ ਚੱਲ ਰਿਹਾ ਕੇਸ ਦਾ, ਜਿਸ ਤਰ੍ਹਾਂ ਬਹਿਸ ਬੂਸ ਹੋ ਰਹੀ ਹੈ, ਉਹ 16 ਨੂੰ ਉਹਨਾਂ ਨੇ ਬਹਿਸ ਕੀਤੀ ਹੈ ਤੇ ਇਹਦਾ ਅਗਲੇ ਮਈ ਦੇ ਜੂਨ ਦੇ ਵਿੱਚ ਮਈ ਜਾਂ ਛੁੱਟੀਆਂ ਤੋਂ ਬਾਅਦ ਇਹ ਫੈਸਲਾ ਆ ਜਾਣਾ ਹੈ। ਰਣਜੀਤ ਸਿੰਘ ਦੇ ਕੇਸ ਬਾਰੇ ਬਹੁਤੇ ਲੋਕਾਂ ਨੂੰ ਹਲੇ ਜਾਣਕਾਰੀ ਨਹੀਂ ਹੈਗੀ ਕਿਉਂਕਿ ਬਾਕੀ ਤਾਂ ਕੇਸ ਸਾਹਮਣੇ ਆ ਚੁੱਕੇ ਨੇ, ਉਹਨਾਂ ਦੀਆਂ ਲਗਾਤਾਰ ਗੱਲਾਂ ਵੀ ਸਾਹਮਣੇ ਆ ਚੁੱਕੀਆਂ। ਜਿੱਦਾਂ ਬੇਅਦਬੀ ਦੀ ਅਸੀਂ ਗੱਲ ਕਰ ਲਈ, ਉਹਦਾ ਵੀ ਲਗਾਤਾਰ ਜ਼ਿਕਰ ਹੋ ਰਿਹਾ ਹੈ, ਬਲਾਤਕਾਰ ਵਾਲੇ ਕੇਸਾਂ ਦਾ ਵੀ ਜ਼ਿਕਰ ਹੋਇਆ, ਛਤਰਪਤੀ ਵਾਲਾ ਕੇਸ ਵੀ ਬੜਾ ਚਰਚਾ ਦੇ ਵਿੱਚ ਰਿਹਾ ਕਿਉਂਕਿ ਉਹਨਾਂ ਦੇ ਫੈਸਲੇ ਉਦੋਂ ਆਉਣੇ ਸੀਗੇ। ਰਣਜੀਤ ਸਿੰਘ ਵਾਲੇ ਕੇਸ ਬਾਰੇ ਥੋੜੀ ਜਿਹੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿਓ। ਰਣਜੀਤ ਸਿੰਘ ਦੀ ਭੈਣ ਸੀ, ਉੱਥੇ ਆਪਣੇ ਟੀਚਰ ਸੀ ਸਕੂਲ 'ਚ, ਵੈਸੇ ਡੇਰੇ 'ਚ ਹੀ ਰਹਿੰਦੀ ਸੀ। ਉਹਨੇ ਆਪਦੇ ਭਰਾ ਨੂੰ ਦੱਸਿਆ ਵੀ ਮੇਰੇ ਨਾਲ ਬਲਾਤਕਾਰ ਹੋਇਆ। ਉਹਨੇ ਆਪਦੀਆਂ 2 ਕੁੜੀਆਂ ਸੀਗੀਆਂ ਉਹਦੀਆਂ ਤੇ ਇਹ ਭੈਣ ਸੀ, ਇਹਨਾਂ ਨੂੰ ਤਿੰਨਾਂ ਨੂੰ ਉੱਥੋਂ ਉਹ ਲੈ ਆਇਆ। ਉਹ ਡੇਰਿਓਂ ਆਉਣੋਂ ਜਾਣੋਂ ਹਟ ਗਿਆ। ਫਿਰ ਇਹਨਾਂ ਨੇ ਡੇਰੇ ਬੰਦਾ ਭੇਜਿਆ ਵੀ ਤੂੰ ਡੇਰੇ ਆ। ਫਿਰ ਡੇਰੇ ਜਦੋਂ ਬੁਲਾਇਆ, ਮੇਰੇ ਸਾਹਮਣੇ 3-4 ਬੰਦਿਆਂ ਨੇ ਇਹਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਵੀ ਤੂੰ ਡੇਰੇ ਆ, ਜੇ ਤੂੰ ਗਲਤੀ ਕੀਤੀ ਹੈ ਤਾਂ ਉਹਦੀ ਮਾਫੀ ਲੈ ਲਾ। ਉਹਦਾ ਮੈਂ ਗਲਤੀ ਕੀਤੀ ਨਹੀਂ। ਇਹਨਾਂ ਨੇ ਕਿਹਾ ਵੀ ਜਿਹੜੀ ਚਿੱਠੀ ਉਦੋਂ ਬਹੁਤ ਪ੍ਰਚਲਿਤ ਹੋ ਗਈ ਸੀ, ਥਾਂ ਚਿੱਠੀ ਮਿਲਦੀ ਨਹੀਂ ਸੀ, ਗੁੰਮਨਾਮ ਜਿਹੜੀ ਚਿੱਠੀ ਆਈ ਸੀ, ਉਹ ਚਿੱਠੀ ਦਾ ਵੀ ਇਹਦੀ ਭੈਣ ਨੇ ਛਪਾ ਕੇ ਤੇ ਇਹਨਾਂ ਨੇ ਹੀ ਵੰਡੀ ਹੈ। ਉਸ ਨੇ ਇਹਨਾਂ ਨੇ ਆਖਿਆ ਵੀ ਸਾਡਾ ਜਿਹੜਾ ਮੈਂ ਐਡਾ ਕਰ ਰਿਹਾ ਤੇ ਇਹ ਸਾਹਮਣੇ ਆ ਗਿਆ ਤਾਂ ਇਹ ਫਿਰ ਮੇਰਾ ਕੁਝ ਰਹਿਣਾ ਨਹੀਂ। ਗੁੰਮਨਾਮ ਚਿੱਠੀ ਦੇ ਵਿੱਚ ਸਾਰਾ ਜ਼ਿਕਰ ਸੀਗਾ ਕਿ ਕਿਸ ਤਰੀਕੇ ਨਾਲ ਡੇਰੇ ਦੇ ਵਿੱਚ ਲੜਕੀਆਂ ਦਾ ਬਲਾਤਕਾਰ ਹੁੰਦਾ ਹੈ, ਕਿਵੇਂ ਸਾਰਾ ਉਹਦੇ ਵਿੱਚ ਦਿੱਤਾ ਸੀ। ਉਹ ਲੜਕੀਆਂ ਨੇ ਬਹੁਤ, ਔਰ ਜੇ ਉਹ ਕੁੜੀਆਂ ਦੀਆਂ ਲੜਕੀਆਂ ਦੀਆਂ ਮੈਂ ਤੁਹਾਨੂੰ ਮੈਂ ਤਾਂ ਸੁਣਿਆ, ਕੰਨੀ ਸੁਣਿਆ, ਅੱਖੀ ਕੋਲੇ ਖੜ ਕੇ ਸੁਣਿਆ ਕੁੜੀਆਂ ਤੋਂ। ਪਰਮਾਤਮਾ ਏਜੰਟ ਤਾਂ ਨਾ ਸਜ਼ਾ ਕਾੜੀ ਤੋਂ ਕਾੜੀ ਕੀ ਕਹਿੰਦੀਆਂ ਸੀ ਕਿਉਂਕਿ ਤੁਹਾਡੇ ਤੇ ਭਰੋਸਾ ਸੀ ਉਹਨਾਂ ਨੂੰ। ਉਹ ਆਦੀਆਂ ਸੀ ਵੀ ਬਾਈ ਇੱਥੇ ਕੋਈ ਕੁੜੀ ਸੁਰੱਖਿਅਤ ਹੀ ਹੈ ਨਹੀਂ, ਔਰ ਇੰਨਾ ਮਤਲਬ ਇੱਕ ਕਸਾਈਆਂ ਵਾਂਗੂ ਇਹ ਕਰਦਾ, ਆਪਣੇ ਸਾਡੇ ਨਾਲ ਦੁਰਵਿਵਹਾਰ ਕਰਦਾ ਜਿਹੜਾ ਵੀ ਬਹੁਤ ਜ਼ਿਆਦਾ। ਔਰ ਉਹ ਆਦੀਆਂ ਵੀ ਜੇ ਅਸੀਂ ਇੱਥੇ ਤਾਂ ਬੱਜੀਆਂ ਬੈਠੀਆਂ ਵੀ ਸਾਡੇ ਇਹ ਦਾ ਡਰ ਹੈ ਵੀ ਤੇਰੇ ਭਰਾ ਨੂੰ ਮਰਵਾ ਦੂੰਗਾ, ਤੇਰੇ ਪਿਓ ਨੂੰ ਮਰਵਾ ਦੂੰਗਾ। ਔਰ ਮਰਵਾਉਣ ਦਾ ਵੀ ਕਿਵੇਂ ਕੋਸ਼ਿਸ਼ ਕਰਦਾ ਸੀ ਵੀ ਐਕਸੀਡੈਂਟ ਹੀ ਕਿਉਂ ਨਾ ਮਰਵਾਵਾਂ, ਵੀ ਐਕਸੀਡੈਂਟ ਹੀ ਕਿਸੇ ਨੇ ਮਾਰਤਾ। ਔਰ ਇਹ ਕੇਸ ਐਕਸੀਡੈਂਟ ਵਾਲੇ ਮੇਰੇ ਕੋਲੇ ਹੈ ਵੀ, ਉਹ ਅੱਜ ਵੀ ਅੰਨੇ ਆ ਕਈ ਬੰਦੇ, ਉਹ ਉੱਥੇ ਰਹਿੰਦੇ ਆ, ਉਹਨਾਂ ਕੋਲੇ ਜਾਂਦੇ ਆ, ਪਰ ਉਹ ਅੱਜ ਵੀ ਨਹੀਂ ਸੋਚਦੇ ਵੀ ਸਾਡਾ ਬੰਦਾ ਮਰਿਆ ਤੇ ਮਰਿਆ ਕਿਵੇਂ। ਕਿਉਂ ਉਹ ਵੀ ਸੱਚੇ ਆ, ਉਹਨਾਂ ਦੇ ਗਾਂ ਜਵਾਕ ਇੱਕ ਹੈ, ਉਹ ਅੱਜ ਵੀ ਡਰਦੇ ਵੀ ਜੇ ਅੱਜ ਅਸੀਂ ਉੱਥੇ ਜਾਂਦੇ ਆ ਤਾਂ ਸਾਨੂੰ ਫਿਰ ਮਰਵਾ ਦੇਣਗੇ। ਇਸ ਕਰਕੇ ਉਹ ਰਣਜੀਤ ਸਿੰਘ ਨੂੰ ਉੱਥੋਂ ਜਦੋਂ ਆਪਣੇ ਆ ਗਿਆ, ਫਿਰ ਇਹਨੇ ਸਰ ਗੁਫਾ ਸੱਦਿਆ, ਗੁਫਾ ਸੱਦ ਕੇ ਵੀ ਆਪਣੇ ਕਿਹਾ ਵੀ ਮਾਫੀ ਲੈ ਲਾ। ਉਹਦਾ ਮੈਂ ਮਾਫੀ ਲਵਾਂ ਕਾਹਦੀ, ਮੈਨੂੰ ਇਹ ਤਾਂ ਦੱਸੋ ਵੀ ਮੈਂ ਗਲਤੀ ਕੀ ਕੀਤੀ ਹੈ। ਉਹਨੇ ਸੱਚਾ ਸੀ, ਉਹਨੇ ਕੋਈ ਗਲਤੀ ਕੀਤੀ ਨਹੀਂ ਸੀ ਤੇ ਉਹ ਪਾਪੀ ਦੇ ਅੰਦਰ ਡਰ ਸੀ ਵੀ ਮੇਰੇ ਸਾਰਾ ਚਿੱਠਾ ਇਹ ਕੁੜੀ ਨੇ ਸਾਰਾ ਦੱਸਤਾ ਇਹਨੂੰ ਤੇ ਉਹ ਸਾਰਾ ਹੁਣ ਸਾਹਮਣੇ ਆਊਗਾ ਤੇ ਮੈਨੂੰ ਜਿਹੜਾ ਹੋਣਾ ਸੀ ਉਹ ਹੋਊਗਾ। ਉਹ ਇਸ ਕਰਕੇ ਉਸ ਤੋਂ ਬਾਅਦ ਫਿਰ ਉੱਥੋਂ ਪਿੰਡੋਂ ਆ ਗਿਆ, ਡੇਰਿਓਂ ਆਇਆ। ਫਿਰ ਡੇਰੇ ਜਦੋਂ ਉੱਥੋਂ ਆਇਆ, ਫਿਰ ਮੇਰੇ ਸਾਹਮਣੇ ਗੁਰਮੀਤ ਸਿੰਘ ਨੇ ਕਿਹਾ ਵੀ ਇਹ ਨਹੀਂ ਮੰਨਿਆ, ਹੁਣ ਤੁਸੀਂ ਆਪਦੇ ਇਹਨੂੰ ਅੱਗੇ ਜੇ ਹੋਰ ਕੁਝ ਬੋਲੇ ਜਾਂ ਕੁਝ ਹੋਰ ਕਰੇ, ਉਦੋਂ ਪਹਿਲਾਂ ਇਹਦਾ ਕੰਮ ਕਰ ਦਿਓ। ਉਸ ਤੋਂ ਬਾਅਦ ਫਿਰ ਇਹਨੂੰ ਮਾਰੇ। ਜਾਣੀ ਕਿ ਇਹ ਕਹਿ ਦਿੱਤਾ ਸੀਗਾ ਆਪਣੇ ਅਨੁਯਾਈਆਂ ਨੂੰ ਕਿ ਇਹਦਾ ਕੰਮ ਕਰ ਦਿਓ ਵੀ ਇਹ ਹੁਣ ਇੰਨਾ ਹੈ ਤਾਂ ਕੱਲ੍ਹ ਨੂੰ ਤਾਂ ਪਤਾ ਨਹੀਂ ਇਹਨੇ ਹੋਰ ਕਿੰਨਾ ਕਿੱਥੇ ਚੜੂਗਾ, ਕੀ ਬੋਲੂਗਾ। ਉਹਨੇ ਸੱਚ ਬੋਲਣਾ ਸੀ,
ਪਰ ਇਹਨੂੰ ਐ ਸੀ ਵੀ ਮੇਰੇ ਚਿੱਠਾ ਖੁੱਲ੍ਹਦਾ ਹੈ, ਇਹਨੂੰ ਐਂ ਲੱਗਦਾ ਸੀ ਵੀ ਮੇਰੇ ਖਿਲਾਫ ਬੋਲਦਾ, ਮੈਂ ਕਿਉਂ ਨਾ ਉਦੋਂ ਪਹਿਲਾਂ ਕੰਮ ਕਰਾਂ। ਹਾਲੇ ਹੁਣ ਦੇਖੋ ਜਿਸ ਤਰੀਕੇ ਨਾਲ ਡੇਰਾ ਮੁਖੀ ਜੇਲ੍ਹ ਦੇ ਵਿੱਚ ਹੈਗਾ, ਦੋਸ਼ ਤੈਅ ਹੋ ਚੁੱਕੇ, ਸਜ਼ਾ ਹੋ ਚੁੱਕੀ ਹੈ, ਉਸ ਤੋਂ ਬਾਅਦ ਵੀ ਹੱਲੇ ਵੀ ਲੋਕਾਂ ਦੇ ਵਿੱਚ ਡਰ ਹੈਗਾ। ਅੰਦਰ ਜੇਲ੍ਹ ਦੇ ਬੈਠੇ ਰਾਮ ਰਹੀਮ ਦਾ ਲੋਕਾਂ ਨੂੰ ਅੱਜ ਵੀ ਡਰ ਹੈਗਾ। ਪੂਰਾ ਡਰ ਹੈ, ਪੂਰਾ ਡਰ ਹੈ। ਕਈ ਕੁੜੀਆਂ ਹੁਣ ਵੀ ਮੇਰੇ ਸੰਪਰਕ 'ਚ ਹੈ, ਕਈਆਂ ਦੀਆਂ ਗੁਪਤ ਅੰਗ ਕੱਢੇ ਹੋਏ ਹੈ, ਉਹ ਰੋਂਦੀਆਂ, ਉਹ ਆਦੀਆਂ ਬਾਈ ਅਸੀਂ ਜਾਈਏ ਤੇ ਜਾਈਏ ਕਿਹੜੇ ਖੂਹ 'ਚ, ਕਿਉਂ ਨਾ ਸਾਡੀ ਜ਼ਿੰਦਗੀ ਹੁਣ ਕਿਸੇ ਨੂੰ ਸ਼ਾਦੀ ਕਰਾ ਸਕਦੀਆਂ, ਨਾ ਕੋਈ ਬੱਚਾ ਪੈਦਾ, ਜਾਈਏ ਤੇ ਜਾਈਏ ਕਿੱਥੇ। ਕਈ ਮੁੰਡੇ ਹਜੇ ਆਪਣੇ ਜਿਹੜੇ ਨਮਰਦ ਕੀਤੇ ਆ ਉਹ ਵੀ ਆਉਣ ਨੂੰ ਤਿਆਰ ਆ, ਉਹ ਵੀ ਡਰ ਰਹੇ ਹੈ, ਉਹ ਵੀ ਆਦੇ ਵੀ ਇਹਨੇ ਕੱਲ ਨੂੰ ਬਾਹਰ ਆ ਗਿਆ ਜਾਂ ਕੋਈ ਹੋ ਗਿਆ ਤਾਂ ਸਾਨੂੰ। ਔਰ ਜਿਹੜੇ ਨੇ ਦਿੱਤੇ ਆ ਇਹਦੇ ਅੰਦਰ ਗਏ ਬਾਅਦ ਵੀ ਕਈਆਂ ਨੂੰ ਡਰਾਇਆ ਹੈ। ਉਹ ਹਜੇ ਵੀ ਮੁੰਡੇ ਤਕੜੇ ਆ, ਵੀ ਉਹਨਾਂ ਦੇ ਮੈਡੀਕਲ ਹੋ ਚੁੱਕੇ ਆ, ਅਲਟਰਾਸਾਊਂਡ ਹੋ ਚੁੱਕੀਆਂ PGI 'ਚੋਂ, ਔਰ 164 ਦੇ ਬਿਆਨ ਹੋ ਚੁੱਕੇ ਆ। ਉਹ ਪਰ ਡਰ ਉਹਨਾਂ ਦੇ ਅੰਦਰ ਫਿਰ ਵੀ ਹੈ। ਇੱਕ ਲੜਕੀ 13-14 ਸਾਲ ਦੀ ਹੈ, ਉਹ ਵੀ ਮੇਰੇ ਨਾਲ ਕਈ ਵਾਰ ਵਿਚਾਰੀ ਮਿਲੀ ਹੈ, ਉਹ ਵੀ ਉਹਦੇ ਮੈਂ 14 ਕਿ 15 ਸਾਲ ਦੀ ਸੀ ਜਦੋਂ ਮੇਰੇ ਇਹਨੇ ਧੱਕਾ ਕਰਕੇ ਮੇਰੇ ਨਾਲ ਬਲਾਤਕਾਰ ਕੀਤਾ। ਇਹ ਆਦੇ ਜਿਹੜੇ ਆਦੇ ਵੀ ਸਾਡਾ ਗੁਰੂ ਸੱਚਾ ਹੈ, ਉਹ ਸੱਚਾ ਨਹੀਂ, ਮਰ ਜਾਓ ਤੁਸੀਂ, ਕਿਉਂ ਝੂਠ ਮਾਰ ਕੇ ਲੋਕਾਂ ਨੂੰ ਡਰਾਉਂਦੇ ਹੋ ਤੇ ਧਮਕਾਉਂਦੇ ਹੋ। ਸੱਚਾ ਨਹੀਂ ਉਹ ਕਸਾਈ, ਐਡਾ ਕਸਾਈ ਮੈਨੂੰ ਲੱਗਦਾ ਕੋਈ ਤੇ ਹੋਣਾ ਹੀ ਨਹੀਂ, ਜਿਹੜੇ ਨੇ ਛੋਟੀਆਂ ਬੱਚੀਆਂ ਦਾ ਵੀ ਕੋਈ ਨਹੀਂ ਛੱਡਿਆ, ਕਿਸੇ ਆਪਣੇ ਨਮਰਦ ਬਣਾਏ, ਜਿਹੜੇ ਉਹ ਨਾਬਾਲਗ ਬਣਾਏ ਹੈ, ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ। ਕੀ ਨਹੀਂ ਕੀਤਾ। ਇਹਨੂੰ ਤੁਸੀਂ ਸੱਚਾ ਕਹਿੰਦੇ ਹੋ? ਸਾਡਾ ਗੁਰੂ ਸੱਚਾ ਹੈ, ਉਹ ਗੁਰੂ ਦਾ ਨਾਂ ਲੈ ਕੇ ਮਰ ਜਾਣਾ ਚਾਹੀਦਾ ਬੰਦੇ ਨੂੰ। ਇਹ ਜੇ ਪਾਪੀ ਬੰਦੇ ਨੂੰ ਗੁਰੂ ਕਹਿਣਾ। ਲੱਗਦਾ ਜਿਸ ਤਰੀਕੇ ਦਾ ਮਾਹੌਲ ਹੈਗਾ ਹੁਣ ਇਸ ਵਕਤ, ਇਹ ਜਿਹੜੀ ਡੇਰੇ ਦੇ ਅੰਦਰ ਬੈਠ ਕੇ ਵੀ ਦਹਿਸ਼ਤ ਫੈਲਾ ਰਿਹਾ, ਤਾਂ ਲੱਗਦਾ ਕਿ ਸਰਕਾਰ ਨੂੰ ਉਸ ਖਿਲਾਫ ਵੀ ਕੋਈ ਲਾਮਬੰਦੀ ਜਾਂ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿ ਡੇਰੇ ਦੇ ਵਿੱਚ ਜਦੋਂ ਸੀਗਾ ਉਦੋਂ ਤਾਂ ਦਹਿਸ਼ਤ ਹੈਗੀ ਸੀਗੀ, ਪਰ ਜੇਲ੍ਹ ਦੇ ਵਿੱਚ ਬੈਠੇ ਬੰਦੇ ਦੀ ਦਹਿਸ਼ਤ ਇਸ ਤਰੀਕੇ ਨਾਲ ਹੋਣੀ, ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਗੱਲ ਹੈਗੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਵੀ ਇੰਨੀ ਵੱਡੀ ਦਹਿਸ਼ਤ ਪਾ ਰਿਹਾ ਲੋਕਾਂ ਦੇ ਵਿੱਚ, ਤੇ ਕੋਈ ਇਨਸਾਫ ਜਾਂ ਕੋਈ ਕਾਰਵਾਈ ਨਹੀਂ। ਇਨਸਾਫ ਅਸੀਂ ਕਿਵੇਂ ਕਰਾਂਗੇ ਜੀ? ਜੇ ਆਪਣੇ 40-45 ਬੰਦੇ ਪੰਚਕੂਲੇ ਦੰਗਿਆਂ 'ਚ ਮਰੇ, 345 FIR 'ਚ ਮਰੇ, ਉਹ ਇਹ ਤੇ ਦਰਜ ਹੋਈ, ਉਹਦੇ ਵਿੱਚ ਇਹਦਾ ਨਾਂ ਨਹੀਂ ਹੈ। ਹਾਲਾਂਕਿ ਕਾਰਨ ਇਹ ਉੱਥੋਂ ਇੱਥੇ ਇੰਨਾ ਇਕੱਠ ਇਹਨੇ ਕੀਤਾ, ਉੱਥੋਂ 300-400 ਗੱਡੀ ਲੈ ਕੇ ਆਇਆ, ਉਹ ਸਾਰਾ ਇਹਨੇ ਲਿਆ, ਸਾਰਾ ਇਹਦਾ ਕਰਕੇ ਉਹ ਬੰਦੇ ਮਰੇ। ਤੇ ਔਰ ਸਰਕਾਰ ਲਿਖ ਕੇ ਦਿੰਦੀ ਹੈ ਕੋਰਟ 'ਚ ਵੀ, ਇਹਦਾ ਤਾਂ ਹੁਣ ਕੋਈ ਫਾਇਦਾ ਹੀ ਨਹੀਂ। ਫਿਰ ਇਨਸਾਫ ਤੇ ਜਾਂ ਡਰ ਉਹਨਾਂ ਦੇ ਬੈਠੂਗਾ, ਜਦੋਂ ਸਰਕਾਰਾਂ ਹੀ ਉਹਨਾਂ ਨੂੰ ਨਾਲ ਮਿਲੀਆਂ ਹੈ, ਤੇ ਫਿਰ ਅਸੀਂ ਕਿਵੇਂ ਕਹਿ ਦਾਂਗੇ ਵੀ ਜੇ ਕੱਲ ਨੂੰ ਥਾਣੇ 'ਚ ਜਾਵਾਂਗੇ ਜਾਂ ਕਿਤੇ ਜਾਵਾਂਗੇ ਸਾਡੀ ਸੁਣਾਈ ਹੋ ਜੂਗੀ। ਹਾਲੇ ਵੀ ਜਾਣੀ ਕਿ ਸਰਕਾਰ ਦੀ ਸ਼ਹਿ ਹੈਗੀ ਆ, ਮੰਨੋ ਚਾਹੇ ਨਾ ਮੰਨੋ, ਇਸੇ ਕਰਕੇ ਉਹਦਾ ਦਹਿਸ਼ਤ ਜਿਹੜੀ ਆ ਉਸ ਇਲਾਕੇ ਦੇ ਵਿੱਚ ਹੈਗੀ। ਇਸੇ ਕਰਕੇ ਹੀ ਜਦੋਂ ਪੰਜਾਬ ਤੋਂ SIT ਪੁੱਛਗਿੱਛ ਕਰਨ ਜਾਂਦੀ ਹੈ ਤਾਂ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ। ਬਿਲਕੁਲ ਇਹ ਸਾਰਾ ਰਲਿਆ ਮਿਲਿਆ ਕੰਮ ਚੱਲ ਰਿਹਾ। ਜੇ ਇੰਨਾ ਸਖਤਾਈ ਹੁੰਦੀ ਤਾਂ ਅੱਜ ਮੈਂ ਇਹਦਾ 10 ਕੁੜੀਆਂ ਤਾਂ ਘੱਟ ਤੋਂ ਘੱਟ ਅਗਵਾਈ ਦੇ ਚੁੱਕੀਆਂ ਹੁੰਦੀਆਂ, ਔਰ ਜਿਹੜੀਆਂ ਦੇ ਬੱਚੇ ਦਾ ਨਹੀਂ ਉਹ ਵੀ ਅੱਜ ਪੇਸ਼ ਹੋ ਜਾਂ ਕੋਰਟ 'ਚ ਪੇਸ਼ ਹੋ ਜਾਂਦੀਆਂ। ਪਰ ਉੱਥੇ ਪਤਾ ਵੀ ਨਾ ਪੁਲਿਸ ਕੋਈ ਸੁਣਾਈ ਹੈ, ਨਾ ਕਿਤੇ ਹੋਰ ਸੁਣਾਈ ਹੈ, ਨਾ ਜਿਹੜੇ ਨਮਰਦ ਮੁੰਡੇ ਬਣਾਏ ਆ ਅੱਜ ਉਹ ਵੀ ਇਸੇ ਕਰਕੇ ਡਰ ਰਹੇ ਆ ਵੀ ਜੀ ਅਸੀਂ ਘਰੇ ਬੈਠੇ ਹਾਂ, ਅਸੀਂ ਕਿਸੇ ਨਹੀਂ ਜਾਂਦੇ। ਜੇ ਤੁਸੀਂ ਚਾਹੁੰਦੇ ਹੋ ਕਿ ਨਿਰਪੱਖ ਜਾਂਚ ਹੋਵੇ ਤਾਂ ਸਰਕਾਰ ਨੂੰ ਕੀ ਕਰ ਲੈਣਾ ਚਾਹੀਦਾ ਤਾਂ ਜੋ ਜਿਹੜੇ ਲੋਕ ਹਾਲੇ ਵੀ ਡਰ ਰਹੇ ਨੇ ਉਹ ਸਾਹਮਣੇ ਆਣ ਕੇ ਆਪਣਾ ਸੱਚ ਬਿਆਨ ਕਰ ਸਕਣ? ਤੁਹਾਨੂੰ ਕੀ ਲੱਗਦਾ ਸਰਕਾਰੀ ਤੌਰ ਤੇ ਜਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ? ਸਰਕਾਰ ਨੂੰ ਇਹ ਕਹਿਣਾ ਚਾਹੀਦਾ ਵੀ ਜਿਹੜੇ ਵੀ ਆਪਣੇ ਪਹਿਲਾਂ ਦੇ ਚੁੱਕੇ ਗਵਾਈਆਂ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਵੀ ਜੇ ਤੁਹਾਡੇ ਕੋਈ ਆਵੇ ਜਾਂ ਤੁਹਾਡੇ ਨਾਲ ਕੋਈ ਗੱਲ ਕਰੇ ਤਾਂ ਸਾਨੂੰ ਫੋਨ ਕਰਿਓ, ਅਸੀਂ ਉਸੇ ਟਾਈਮ ਉਹ 'ਤੇ ਐਕਸ਼ਨ ਲਵਾਂਗੇ। ਉਹ ਜੇ ਕੋਈ ਜਾਂਦਾ ਤਾਂ ਉਹ ਅੱਗੇ ਜਾ ਕੇ ਦੱਸਦੇ ਤਾਂ ਅੱਗੋਂ ਕਹਿ ਦਿੰਦੇ ਚਲੋ ਥਾਣੇ 'ਚ ਹੀ ਨਹੀਂ ਬਣ ਦਿੰਦੇ, ਤਾਂ ਫਿਰ ਬੰਦਾ ਇਨਸਾਫ ਸਾਨੂੰ ਮਿਲੂ ਤਾਂ ਕਿਵੇਂ ਮਿਲੂ? ਇਹ ਤਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਵੀ ਜੱਜ ਸਾਹਿਬ ਬਹੁਤ ਵਧੀਆ ਤੇ ਬੇਇਨਸਾਫ ਤੇ ਬਹੁਤ ਵਧੀਆ ਜੱਜ ਸਾਹਿਬ ਆਏ ਔਰ ਇੱਕ ਇਨਸਾਫ ਕੀਤਾ। ਇੱਕ ਮੈਂ ਉਸ ਕੁੜੀਆਂ ਨੂੰ, ਭੈਣਾਂ ਨੂੰ, ਵਿਚਾਰੀਆਂ ਨੂੰ ਸਲੂਟ ਕਰਦਾ ਜਿਹੜੀਆਂ ਨੇ ਸੱਚ ਬੋਲ ਕੇ ਤੇ ਅੱਜ ਤੇ ਇੱਕ ਮੇਰਾ ਜਿਹੜੇ ਛਤਰਪਤੀ ਵਾਲੇ 'ਚ ਤੇ ਰਣਜੀਤ ਸਿੰਘ ਵਾਲੇ 'ਚ ਜਿਹੜੀ ਕੁੜੀਆਂ ਵਾਲੇ 'ਚ ਮੇਰੀ ਤਿੰਨਾਂ 'ਚ ਅਗਵਾਈ ਹੋਈ ਹੈ ਤੇ ਉਹ ਅਗਵਾਈਆਂ ਨੇ ਅੱਜ ਇਹ ਸਾਡਾ ਦਿਲ ਠਾਰਿਆ। ਤੇ ਨਹੀਂ ਤਾਂ ਸਾਨੂੰ ਕਿਸੇ ਨੇ ਪੁੱਛਣਾ ਸੀ, ਜੇ ਇਹਨੂੰ ਕੁਛ ਨਾ ਹੁੰਦਾ ਤਾਂ ਸਾਡੇ ਵਰਗਿਆਂ ਨੂੰ ਤਾਂ ਸੜਕਾਂ 'ਤੇ ਰੋਲ ਕੇ ਮਾਰ ਦਿੰਦਾ। ਸੋ ਇਹ ਸਨ ਖੱਟਾ ਸਿੰਘ, ਸਾਫ਼ ਤੌਰ 'ਤੇ ਬਹੁਤ
ਡੂੰਘੀਆਂ ਗੱਲਾਂ ਡੇਰੇ ਦੀਆਂ ਅੱਜ ਦੱਸੀਆਂ ਨੇ ਕਿ ਜਿਹੜੇ ਲੋਕ ਬਾਹਰ ਆਣ ਕੇ ਇੱਕ ਵਾਰ ਫਿਰ ਇਹ ਗੱਲ ਕਹਿ ਰਹੇ ਨੇ, ਜਾਣੀ ਕਿ ਡੇਰੇ ਦੇ ਕੁਝ ਪ੍ਰੇਮੀ ਜਿਹੜੇ ਸਮਰਥਕ ਨੇ ਅੱਜ ਆਣ ਕੇ ਜੇ ਕਹਿ ਰਹੇ ਨੇ ਕਿ ਉਹਨਾਂ ਦੇ ਗੁਰੂ ਨੇ, ਜਾਣੀ ਕਿ ਜਿਹਨੂੰ ਸੋ ਕੋਲਡ ਗੁਰੂ ਕਹਿੰਦੇ ਆ, ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ, ਮੈਨੇਜਮੈਂਟ ਕਰਦੀ ਰਹੀ ਆ। ਤਾਂ ਸਾਫ਼ ਤੌਰ ਤੇ ਖੱਟਾ ਸਿੰਘ ਨੇ ਕਿਹਾ ਜਿਹੜੇ ਸਿਸਟਮ ਦੇ ਵਿੱਚ ਰਹਿੰਦੇ ਰਹੇ ਨੇ ਕਿ ਡੇਰਾ ਮੁਖੀ ਦੀ ਪਰਮਿਸ਼ਨ ਆਗਿਆ ਤੋਂ ਬਿਨਾ ਜਾਂ ਇਸ਼ਾਰੇ ਤੋਂ ਬਿਨਾ ਉਸ ਡੇਰੇ ਦੇ ਵਿੱਚ ਪੱਤਾ ਨਹੀਂ ਹਿਲਦਾ ਸੀ। ਉਸ ਤੋਂ ਇਲਾਵਾ ਵੀ ਬਹੁਤ ਸਾਰੇ ਭੇਦ ਖੋਲ੍ਹੇ ਨੇ ਉਹਨਾਂ ਨੇ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਅੱਜ ਵੀ ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੇ ਮੁੰਡੇ ਅਜਿਹੇ ਨੇ ਜਿਹੜੇ ਭੈ ਭੀਤ ਨੇ, ਡਰ ਦੇ ਵਿੱਚ ਨੇ ਕਿ ਡੇਰਾ ਮੁਖੀ ਉਹਨਾਂ ਨੂੰ ਮਰਵਾ ਦੇਵੇਗਾ, ਉਹਨਾਂ ਦੇ ਪਰਿਵਾਰ ਨੂੰ ਮਰਵਾ ਦੇਵੇਗਾ, ਉਹਨਾਂ ਦੇ ਉੱਪਰ ਅਟੈਕ ਕਰਵਾ ਸਕਦਾ। ਜੇਲ੍ਹ ਦੇ ਵਿੱਚ ਅੰਦਰ ਬੈਠੇ ਡੇਰਾ ਮੁਖੀ ਦੀ ਇਸ ਕਦਰ ਦਹਿਸ਼ਤ ਅੱਜ ਵੀ ਲੋਕਾਂ ਦੇ ਵਿੱਚ ਹੈ। ਤਾਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਵਾਲ ਤੁਹਾਡੇ ਅੱਗੇ ਹੈ ਕਿ ਇਸ ਤਰੀਕੇ ਨਾਲ ਜੇ ਕੋਈ ਵਿਅਕਤੀ ਜਿਹੜਾ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ, ਜਿਹੜਾ ਜੇਲ੍ਹ ਦੇ ਵਿੱਚ ਬੈਠਾ, ਜੇ ਉਸ ਦੀ ਇਸ ਕਦਰ ਤੱਕ ਲੋਕਾਂ ਦੇ ਵਿੱਚ ਦਹਿਸ਼ਤ ਆ, ਤਾਂ ਤੁਹਾਡੀ ਸੁਰੱਖਿਆ ਪ੍ਰਣਾਲੀ ਤੇ ਸਵਾਲ ਖੜੇ ਹੁੰਦੇ ਨੇ। ਤੁਹਾਨੂੰ ਕੁਝ ਨਾ ਕੁਝ ਜ਼ਰੂਰ ਕਰ ਲੈਣਾ ਚਾਹੀਦਾ। ਪਰ ਵੱਡੇ ਸਵਾਲ ਇਹੀ ਨੇ ਕਿ ਕੀ ਸਿਆਸੀ ਸ਼ੈ ਆ, ਇਸੇ ਕਰਕੇ ਸਾਰਾ ਕੁਝ ਸੰਭਵ ਹੋ ਰਿਹਾ ਡੇਰੇ ਦੀ, ਇਸੇ ਕਰਕੇ ਦਹਿਸ਼ਤ ਹਾਲੇ ਵੀ ਹੈਗੀ ਹੈ ਡੇਰਾ ਮੁਖੀ ਦੀ, ਕਿ ਸਰਕਾਰ ਸ਼ੈਲਟਰ ਕਰ ਰਹੀ ਹੈ। ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਅਸੀਂ ਲੱਭਦੇ ਰਹਾਂਗੇ। ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਚੰਡੀਗੜ੍ਹ।